हाँ जी, गुड मॉर्निंग स्टूडेंट्स। सो ਸੈਕੰਡ ਚੈਪਟਰ ਦੇ ਵਿੱਚ ਅਸੀਂ ਲਾਸਟ ਲੈਕਚਰ ਦੇ ਵਿੱਚ ਇੱਕ ਟੌਪਿਕ ਕਰ ਲਿਆ ਸੀਗਾ, ਠੀਕ ਹੈ ਜੀ, ਕੰਜ਼ਰਵੇਸ਼ਨ ਆਫ ਲੈਂਡ ਦਾ। ਸੋ ਜਿਹੜਾ ਸਾਡਾ ਹੁਣ ਨੈਕਸਟ ਟੌਪਿਕ ਹੈ ਅੱਜ ਦੇ ਲੈਕਚਰ ਦਾ ਉਹ ਹੈ ਡੀਫੋਰੈਸਟ੍ਰੇਸ਼ਨ। ਕਿ ਡੀਫੋਰੈਸਟ੍ਰੇਸ਼ਨ ਕੀ ਹੁੰਦੀ ਆ, ਇਹਦੇ ਕੀ ਕੀ ਰੀਜ਼ਨਸ ਨੇ, ਕਿਉਂ ਹੁੰਦੀ ਆ, ਤੇ ਆਪਾਂ ਇਸ ਚੀਜ਼ ਨੂੰ ਕਿੱਦਾਂ ਪ੍ਰੀਜ਼ਰਵ ਕਰ ਸਕਦੇ, ਯਾਨੀ ਕਿਸ ਤਰ੍ਹਾਂ ਡੀਫੋਰੈਸਟ੍ਰੇਸ਼ਨ ਨੂੰ ਰੋਕ ਸਕਦੇ ਹਾਂ, ਬਚਾ ਸਕਦੇ ਹਾਂ, ਠੀਕ ਹੈ। ਸੋ ਜਿੰਨੇ ਵੀ ਆਪਾਂ ਇਸ ਚੈਪਟਰ ਦੇ ਵਿੱਚ ਟੌਪਿਕ ਪੜਾਂਗੇ ਸਾਰਿਆਂ ਦੇ ਵਿੱਚ ਅਸੀਂ ਉਸ ਚੀਜ਼ ਦੀ ਡੈਫੀਨੇਸ਼ਨ ਦੇਣੀ ਆ। ਫੋਰ ਐਗਜ਼ਾਮਪਲ ਡੀਫੋਰੈਸਟ੍ਰੇਸ਼ਨ ਆ, ਲੈਂਡ ਕੰਜ਼ਰਵੇਸ਼ਨ ਆ, ਠੀਕ ਹੈ। ਸਭ ਤੋਂ ਪਹਿਲਾਂ ਉਸ ਦੀ ਡੈਫੀਨੇਸ਼ਨ ਦੇਣੀ ਆ, ਉਸ ਤੋਂ ਬਾਅਦ ਅਸੀਂ ਦੱਸਣਾ ਹੈ ਕਿ ਉਸ ਪਾਰਟਿਕੂਲਰ ਆਬਜੈਕਟ ਦੇ ਕੀ ਰੀਜ਼ਨਸ ਆ, ਕਿਉਂ ਇਹ ਚੀਜ਼ ਹੁੰਦੀ ਆ, ਜਿਸ ਤਰ੍ਹਾਂ ਡੀਫੋਰੈਸਟ੍ਰੇਸ਼ਨ ਕਿਉਂ ਹੁੰਦੀ ਆ, ਕੀ ਰੀਜ਼ਨਸ ਆ, ਠੀਕ ਹੈ। ਤੇ ਉਸ ਤੋਂ ਬਾਅਦ ਫਿਰ ਅਸੀਂ ਐਕਸਪਲੇਨ ਕਰਨਾ ਹੈ ਕਿ ਆਪਾਂ ਇਸ ਚੀਜ਼ ਨੂੰ ਕਿਸ ਤਰ੍ਹਾਂ ਠੀਕ ਕਰ ਸਕਦੇ ਹਾਂ, ਕੰਜ਼ਰਵ ਕਰ ਸਕਦੇ ਹਾਂ, ਸਹੀ ਕਰ ਸਕਦੇ ਹਾਂ। ਸੋ ਇਸ ਤਰ੍ਹਾਂ ਹੀ ਇਹ ਪੈਟਰਨ ਚੱਲੇਗਾ। ਸੋ ਕੋਈ ਵੀ ਚੀਜ਼ ਜਿਹੜੀ ਆਪਾਂ ਸਟੱਡੀ ਕਰਨੀ ਆ ਉਹਦਾ ਕੀ ਰੀਜ਼ਨ ਆ ਤੇ ਉਹਨੂੰ ਆਪਾਂ ਕਿਸ ਤਰ੍ਹਾਂ ਦੂਰ ਕਰ ਸਕਦੇ ਹਾਂ, ਸਹੀ ਕਰ ਸਕਦੇ ਹਾਂ। ਸੋ ਦਿਸ ਇਜ਼ ਡੀਫੋਰੈਸਟ੍ਰੇਸ਼ਨ। ਹਾਂਜੀ, ਸੋ ਇਹ ਸਾਡਾ ਇੱਕ ਇੰਡੈਕਸ ਹੈਗਾ ਜਿਹਦੇ ਵਿੱਚ ਆਪਾਂ ਪੜ੍ਹਨਾ ਹੈ ਜੀ ਡੈਫੀਨੇਸ਼ਨ, ਕਾਜ਼ ਆਫ ਡੀਫੋਰੈਸਟ੍ਰੇਸ਼ਨ, ਇਫੈਕਟ ਆਫ ਡੀਫੋਰੈਸਟ੍ਰੇਸ਼ਨ ਐਂਡ ਕੰਟਰੋਲ ਆਫ ਡੀਫੋਰੈਸਟ੍ਰੇਸ਼ਨ। ਸੋ what is deforestation, sorry. Deforestation, clearance or clearing is the removal of a forest, ਠੀਕ ਹੈ। ਸੋ ਸਿੰਪਲ ਲੈਂਗੁਏਜ ਦੇ ਵਿੱਚ ਡੀਫੋਰੈਸਟ੍ਰੇਸ਼ਨ ਕੀ ਹੈ, ਜੰਗਲਾਂ ਦੀ ਕਟਾਈ। ਕਿ ਕਿਸੇ ਜਗ੍ਹਾ ਤੇ ਜਿੱਥੇ ਕੋਈ ਇਨਸਾਨ ਨਹੀਂ ਰਹਿੰਦਾ, ਠੀਕ ਹੈ, ਉੱਥੇ ਕਾਫੀ ਪੇੜ ਪੌਦੇ ਲੱਗੇ ਹੋਏ ਆ, ਇੱਕ ਜੰਗਲ ਦੀ ਤਰ੍ਹਾਂ ਪੂਰਾ ਏਰੀਆ ਆ, ਠੀਕ ਹੈ। ਉੱਥੇ ਆਪਾਂ ਪੇੜ ਪੌਦਿਆਂ ਦੀ ਜਦੋਂ ਕਟਾਈ ਕਰ ਦਿੰਦੇ ਆ ਉਸ ਚੀਜ਼ ਨੂੰ ਕਹਿੰਦੇ ਆ ਡੀਫੋਰੈਸਟ੍ਰੇਸ਼ਨ, ਠੀਕ ਹੈ। ਸੋ ਸਿੰਪਲ ਯਾਦ ਰੱਖਣਾ, ਜੰਗਲਾਂ ਦੀ ਕਟਾਈ ਡੀਫੋਰੈਸਟ੍ਰੇਸ਼ਨ ਹੈਗਾ ਹੈ, ਠੀਕ ਹੈ। ਐਗਜ਼ਾਮਪਲ of deforestation include conservation of forest land to farms, ranches or urban use. So deforestation ਹੁੰਦੀ ਕਿੱਥੇ ਹੈ? Deforestation ਬੇਟਾ ਹੁੰਦੀ ਆ ਜਿਸ ਤਰ੍ਹਾਂ ਆਪਣਾ ਜਲੰਧਰ ਸ਼ਹਿਰ ਹੈ, ਤੁਸੀਂ ਦੇਖਿਆ ਹੋਣਾ ਹੌਲੀ ਹੌਲੀ ਐਕਸਪੈਂਡ ਕਰਦਾ ਪਿਆ, ਠੀਕ ਆ। ਲੋਕ ਬਾਹਰਲੇ ਏਰੀਆ ਦੇ ਵਿੱਚ ਮਕਾਨ ਬਣਾ ਰਹੇ ਆ, ਬਿਲਡਿੰਗਸ ਬਣ ਰਹੀਆਂ ਬਾਹਰਲੇ ਏਰੀਆ ਦੇ ਵਿੱਚ, ਜਿੱਥੇ ਅੱਗੇ ਕੋਈ ਬਿਲਡਿੰਗ ਨਹੀਂ ਸੀ, ਉੱਥੇ ਖੇਤ ਸੀਗੇ, ਪੇੜ ਪੌਦੇ ਲੱਗੇ ਹੋਏ ਸੀਗੇ, ਲੇਕਿਨ ਉੱਥੇ ਹੁਣ ਦਰਖਤ ਵਗੈਰਾ ਕੱਟ ਕੇ ਉੱਥੇ ਨਵੀਆਂ ਬਿਲਡਿੰਗਸ ਬਣਦੀਆਂ ਪਈਆਂ, ਠੀਕ ਆ। ਸੋ ਅਰਬਨ ਯੂਜ਼ ਲਈ ਹੋ ਗਿਆ, ਲੋਕ ਖੇਤੀ ਦੇ ਲਈ ਦਰਖਤ ਕੱਟ ਰਿਹਾ, ਖੇਤੀ ਵਾਲੀ ਜ਼ਮੀਨ ਦੇ ਲਈ ਉਹ ਜਿੱਥੇ ਦਰਖਤ ਲੱਗੇ ਉਹਨਾਂ ਨੂੰ ਕੱਟ ਕੇ ਉੱਥੇ ਖੇਤੀ ਕਰਨ ਲੱਗ ਪਏ। ਸੋ ਇਹ ਕੁਝ ਰੀਜ਼ਨਸ ਹੈਗੇ ਜਿਹਨਾਂ ਕਰਕੇ ਡੀਫੋਰੈਸਟ੍ਰੇਸ਼ਨ ਹੁੰਦੀ ਆ। ਆਪਾਂ ਪ੍ਰੋਪਰ ਡਿਟੇਲ ਦੇ ਵਿੱਚ ਅੱਗੇ ਵਧਦੇ ਹਾਂ। ਸੋ ਸਿੰਪਲ ਆ, ਕਲੀਅਰੈਂਸ ਔਰ ਕਲੀਨਿੰਗ ਦੀ ਰਿਮੂਵਲ ਆਫ ਫੋਰੈਸਟ ਇਜ਼ ਡੀਫੋਰੈਸਟ੍ਰੇਸ਼ਨ। ਸੋ ਇੱਕ ਡੈਫੀਨੇਸ਼ਨ ਹੈਗੀ ਆ ਯੂਨਾਈਟਿਡ ਨੇਸ਼ਨਸ ਦੇ ਅਕੋਰਡਿੰਗ, ਜਿਹੜੀ ਮੇਨ ਡੈਫੀਨੇਸ਼ਨ ਹੈਗੀ ਆ, ਕੀ ਹੈ ਡੈਫੀਨੇਸ਼ਨ? ਲੈਂਡ ਡੀਗ੍ਰੇਡੇਸ਼ਨ in arid, semi-arid and sub-humid areas resulting from various factors including climate variation and human activities. So ਜਿਹੜੀ ਡੀਫੋਰੈਸਟ੍ਰੇਸ਼ਨ ਹੈ ਦੋ ਤਰੀਕੇ ਨਾਲ ਹੋ ਸਕਦੀ ਹੈ। ਇੱਕ ਤਾਂ ਹੈ ਨੈਚੁਰਲ ਤਰੀਕੇ ਦੇ ਨਾਲ ਜਿਹੜੇ ਦਰਖਤ ਆ, ਜੰਗਲ ਆ, ਉਹ ਖਤਮ ਹੋ ਸਕਦੇ ਆ। ਦੂਸਰਾ ਹੈਗਾ ਆ ਹਿਊਮਨ ਐਕਟੀਵਿਟੀ, ਯਾਨੀ ਕਿ ਮੈਨ ਮੇਡ। ਹਿਊਮਨ ਐਕਟੀਵਿਟੀ ਕਈ ਤਰ੍ਹਾਂ ਦੀਆਂ, ਜਿਸ ਤਰ੍ਹਾਂ ਆਪਾਂ ਨੂੰ ਲੱਕੜ ਚਾਹੀਦੀ, ਆਪਾਂ ਦਰਖਤ ਕੱਟ ਦਿੰਦੇ ਹਾਂ, ਠੀਕ ਹੈ। ਆਪਾਂ ਮਕਾਨ ਬਣਾਉਣਾ ਆ, ਉੱਥੇ ਆਪਾਂ ਕੋਈ ਦਰਖਤ ਲੱਗਾ ਉਹਨੂੰ ਕੱਟ ਦਿੰਦੇ ਹਾਂ। ਸੋ ਦੋ ਤਰੀਕੇ ਨਾਲ ਹੋ ਸਕਦੀ ਹੈ ਡੀਫੋਰੈਸਟ੍ਰੇਸ਼ਨ, ਨੈਚੁਰਲ ਐਂਡ ਮੈਨ ਮੇਡ। ਹਾਂਜੀ, ਹੁਣ ਤੁਹਾਡੇ ਸਾਹਮਣੇ ਪਿਕਚਰ ਸ਼ੋ ਹੋ ਰਿਹਾ ਹੋਣਾ, ਕਾਜ਼ ਕੀ ਆ, ਰੀਜ਼ਨ ਕੀ ਆ ਡੀਫੋਰੈਸਟ੍ਰੇਸ਼ਨ ਦੇ, ਠੀਕ ਹੈ। ਸਭ ਤੋਂ ਪਹਿਲਾ ਰੀਜ਼ਨ ਇਹ ਹੈਗਾ, ਤੁਹਾਨੂੰ ਫੋਟੋ ਤੋਂ ਕਲੀਅਰ ਦਿਸਦਾ ਹੋਣਾ ਆ, ਨੈਚੁਰਲ ਰੀਜ਼ਨ ਆ ਕਿ ਕਿਸੇ ਜੰਗਲ ਦੇ ਵਿੱਚ ਅੱਗ ਲੱਗ ਗਈ, ਠੀਕ ਹੈ। ਬਹੁਤ ਜ਼ਿਆਦਾ ਟੈਂਪਰੇਚਰ ਹੋਣ ਕਰਕੇ ਕਈ ਵਾਰ ਕੀ ਆ, ਮਾੜੀ ਮੋਟੀ ਸਪਾਰਕਿੰਗ ਹੋ ਜਾਂਦੀ ਆ, ਵਾਇਰਸ ਲੰਘਦੀਆਂ ਪਈਆਂ ਕਿਸੇ ਜਗ੍ਹਾ ਤੋਂ, ਤਾਂ ਉੱਥੇ ਕੀ ਆ, ਸਪਾਰਕਿੰਗ ਦੇ ਨਾਲ ਜੰਗਲਾਂ ਦੇ ਵਿੱਚ ਅੱਗ ਲੱਗ ਜਾਂਦੀ ਆ। ਕਈ ਕਿਲੋਮੀਟਰ ਦੇ ਏਰੀਏ ਤੇ ਜੰਗਲ ਦੇ ਵਿੱਚ ਅੱਗ ਲੱਗ ਜਾਂਦੀ ਹੈ। ਕੈਲੀਫੋਰਨੀਆ ਹੋ ਗਿਆ, ਆਸਟ੍ਰੇਲੀਆ ਦੇ ਵਿੱਚ ਹੋ ਗਿਆ, ਉੱਥੇ ਇਹ ਅੱਗ ਬਹੁਤ ਜ਼ਿਆਦਾ ਲੱਗਦੀ, ਕਿਉਂਕਿ ਉੱਥੇ ਟੈਂਪਰੇਚਰ ਬਹੁਤ ਜ਼ਿਆਦਾ ਹਾਈ ਹੁੰਦਾ ਹੈ। ਸੋ ਇਹ ਕੁਝ ਕਾਜ਼ਸ ਆ ਡੀਫੋਰੈਸਟ੍ਰੇਸ਼ਨ ਦੇ। ਸੋ ਪੜ੍ਹ ਲਓ ਇੱਕ ਵਾਰ।
most of the clearing of forest is done for agriculture purpose। ਸੋ ਸਭ ਤੋਂ ਜ਼ਿਆਦਾ ਜਿਹੜੀ ਆਪਾਂ ਜੰਗਲਾਂ ਦੀ ਕਟਾਈ ਕਰਦੇ ਹਾਂ ਆਪਾਂ ਖੇਤੀਬਾੜੀ ਦੀ ਜ਼ਮੀਨ ਦੇ ਲਈ ਕਰਦੇ ਹਾਂ। Poor farmer cut down trees or burn it and start agriculture। Intensive or modern agriculture destroy the forest on a large scale। ਠੀਕ ਹੈ, ਸੋ ਤੁਸੀਂ ਦੇਖ ਸਕਦੇ ਆ ਅਮਰੀਕਾ, ਏਸ਼ੀਆ, ਅਫਰੀਕਾ ਦੇ ਵਿੱਚ ਇੰਨੇ ਪਰਸੈਂਟ ਜੰਗਲਾਂ ਦੀ ਕਟਾਈ ਸਿਰਫ ਖੇਤੀਬਾੜੀ ਦੀ ਜ਼ਮੀਨ ਦੇ ਲਈ ਕੀਤੀ ਜਾਂਦੀ ਹੈ। ਠੀਕ ਹੈ ਜੀ, ਇਹ ਹੋ ਗਿਆ ਪਹਿਲਾ ਰੀਜ਼ਨ, ਐਗਰੀਕਲਚਰ ਕਰਕੇ ਜਿਹੜੇ ਆਪਾਂ ਦਰਖਤ ਕੱਟਦੇ ਹਾਂ, ਜੰਗਲਾਂ ਦੀ ਕਟਾਈ ਕਰਦੇ ਹਾਂ। ਹੁਣ ਹੈਗਾ ਸੈਕੰਡ ਰੀਜ਼ਨ। ਸੈਕੰਡ ਰੀਜ਼ਨ ਕੀ ਆ? ਕਮਰਸ਼ੀਅਲ ਲੌਗਿੰਗ। ਠੀਕ ਆ, ਲੱਕੜ ਦੀ ਜ਼ਰੂਰਤ ਸਾਨੂੰ ਕਈ ਜਗ੍ਹਾ ਤੇ ਪੈਂਦੀ ਆ, ਬੈੱਡ, ਚੇਅਰਸ, ਦਰਵਾਜ਼ੇ, ਸਾਡੇ ਡੋਰਸ ਹੈਗੇ ਆ, ਹੋਰ ਵੀ ਕਈ ਟੇਬਲਸ ਹੈਗੇ, ਸਾਰੀ ਜਗ੍ਹਾ ਤੇ ਸਾਨੂੰ ਵੁੱਡ ਦੀ ਰਿਕੁਆਇਰਮੈਂਟ ਹੈਗੀ ਆ। ਸੋ ਇਹ ਵੁੱਡ ਕਿੱਥੋਂ ਆਊਗੀ? ਕਮਰਸ਼ੀਅਲੀ ਇਹ ਵੁੱਡ ਆਉਂਦੀ ਆ ਜੰਗਲਾਂ ਨੂੰ ਕੱਟ ਕੇ। ਠੀਕ ਹੈ, ਸੋ ਜੰਗਲਾਂ ਦੇ ਵਿੱਚ ਮਸ਼ੀਨਸ ਜਾਂਦੀਆਂ ਆ ਤੇ ਉੱਥੇ ਜਿੰਨੇ ਵੀ ਟਰੀਜ਼ ਲੱਗੇ ਆ ਉਹਨਾਂ ਨੂੰ ਕੱਟਦੀਆਂ ਰਹਿੰਦੀਆਂ, ਦੁਬਾਰਾ ਕੋਈ ਟਰੀਜ਼ ਗਰੋ ਨਹੀਂ ਕਰਦਾ। ਠੀਕ ਹੈ, ਸੋ ਉਹ ਏਰੀਆ ਬਿਲਕੁਲ ਸਾਫ਼ ਹੋ ਜਾਂਦਾ, ਉੱਥੇ ਕੋਈ ਦਰਖਤ ਨਹੀਂ ਰਹਿੰਦਾ, ਬਿਲਕੁਲ ਜ਼ਮੀਨ ਖਾਲੀ ਹੋ ਜਾਂਦੀ ਹੈ। ਠੀਕ ਹੈ, ਸੋ ਪਲਾਈ ਬਣਦੀ ਹੈ ਟਿੰਬਰ ਦੇ ਲਈ ਸੀਗਾ। ਸੋ ਇਹ ਸਾਰਾ ਕੁਝ ਸੈਕੰਡ ਰੀਜ਼ਨ ਹੋ ਗਿਆ। ਥਰਡ ਰੀਜ਼ਨ ਆ ਗਿਆ ਮਾਈਨਿੰਗ ਐਂਡ ਡੈਮਸ। ਮਾਈਨਿੰਗ ਦਾ ਮਤਲਬ ਹੁੰਦਾ ਬੇਟਾ ਜਿੱਦਾਂ ਕੋਲੇ ਦੀ ਖਦਾਨ ਆ, ਕਿਤੇ ਜੰਗਲਾਂ ਦੇ ਵਿੱਚ ਕੋਈ ਖਦਾਨਾਂ ਪਾਈਆਂ ਜਾਂਦੀਆਂ ਜਿੱਥੇ ਬਹੁਤ ਪੁਰਾਣਾ ਕੋਲਾ ਛਿਪਿਆ ਹੋਇਆ ਜਾਂ ਕੁਛ ਹੈਗਾ, ਕੋਈ ਮੈਟਲ ਹੈਗਾ ਅੰਡਰਗਰਾਊਂਡ, ਸੋ ਉੱਥੇ ਸਾਰੇ ਜੰਗਲ ਨੂੰ ਕੱਟ ਦਿੱਤਾ ਜਾਂਦਾ ਆ। ਪਲੱਸ ਡੈਮ ਬਣਾਉਣ ਦੇ ਲਈ ਕਈ ਜਗ੍ਹਾ ਤੇ ਜੰਗਲ ਨੂੰ ਕੱਟ ਦਿੱਤਾ ਜਾਂਦਾ, ਦਰਖਤ ਨੂੰ ਕੱਟ ਦਿੱਤਾ ਜਾਂਦਾ। ਸੋ ਇੱਕ ਸੈਕੰਡ ਰੀਜ਼ਨ ਹੋ ਗਿਆ। ਹੋਰ ਕੀ ਹੈਗੇ ਆ causes of deforestation? Deforestation also occurs due to overgrazing and conversion of forest to pasture for domestic animals। ਸੋ ਕਿਸੇ ਜਗ੍ਹਾ ਤੇ ਜਿੱਥੇ ਜਾਨਵਰ ਬਹੁਤ ਜ਼ਿਆਦਾ ਹੈਗੇ ਆ, ਸੋ ਉਹ ਜ਼ਿਆਦਾ ਘਾਹ ਚਰਦੇ ਆ। ਠੀਕ ਹੈ, ਉਹਦੇ ਕਰਕੇ ਵੀ ਡੀਫੋਰੈਸਟੇਸ਼ਨ ਹੁੰਦੀ ਹੈ, ਕਿਉਂਕਿ ਜ਼ਮੀਨ ਦੇ ਉੱਪਰ ਘਾਹ ਨਹੀਂ ਰਹੂਗਾ ਤਾਂ ਜ਼ਮੀਨ ਹੌਲੀ ਹੌਲੀ ਉਹਦੀ ਜਿਹੜੀ ਗਰੋਥ ਕੈਪੇਬਿਲਿਟੀ ਆ ਘਟ ਜਾਂਦੀ ਆ। ਸੋ ਉਹਦੇ ਕਰਕੇ ਫਿਰ डिफोरेस्टेशन स्टार्ट हो जाती है। ठीक है, एक्सपेंशन ऑफ एग्री बिजनेस दैट ग्रो ऑयल, पाम, रबड़, ठीक है, फ्रूट ट्री, रबड़ ट्री, उत्थे भी डिफोरेस्टेशन होती है। ठीक है, तो ਹੁਣ ਇਸ ਚੀਜ਼ ਦੇ ਇਫੈਕਟ ਕੀ ਹੈ? ਤੁਸੀਂ ਦੇਖੀਏ ਕਿ ਕਈ ਤਰੀਕਿਆਂ ਦੇ ਨਾਲ ਡੀਫੋਰੈਸਟੇਸ਼ਨ ਹੋ ਸਕਦੀ ਹੈ। ਜਿਹੜੀ ਜੰਗਲਾਂ ਦੀ ਅੱਗ ਲੱਗਣਾ ਉਹ ਇੱਕ ਨੈਚੁਰਲ ਤੇ ਕੌਜ਼ ਹੈਗਾ ਆ, ਰੀਜ਼ਨ ਹੈਗਾ ਜਿਹਦੇ ਨਾਲ ਡੀਫੋਰੈਸਟੇਸ਼ਨ ਹੁੰਦੀ ਆ। ਬਾਕੀ ਆਪਣੀ ਰਿਕੁਆਇਰਮੈਂਟ ਦੇ ਲਈ ਲੱਕੜ ਨੂੰ ਕੱਟਣਾ, ਠੀਕ ਹੈ, ਉਹ ਹੋ ਗਈ ਮੈਨ ਮੇਡ ਡੀਫੋਰੈਸਟੇਸ਼ਨ। ਹੁਣ ਇਫੈਕਟ ਕੀ ਹੈ ਡੀਫੋਰੈਸਟੇਸ਼ਨ? ਕਈ ਤਰ੍ਹਾਂ ਦੇ ਇਫੈਕਟਸ ਹੈਗੇ ਆ। ਸਭ ਤੋਂ ਪਹਿਲਾ ਇਫੈਕਟ ਹੈਗਾ ਸੋਇਲ ਇਰੋਜਨ। ਇਹ ਆਪਾਂ ਲਾਸਟ ਲੈਕਚਰ 'ਚ ਵੀ ਪੜ੍ਹਿਆ ਸੀ। ਸੋਇਲ ਇਰੋਜਨ ਕੀ ਹੁੰਦਾ ਹੈ? ਜਿਹੜੀ ਉੱਪਰਲੀ ਸਤ੍ਹਾ ਹੁੰਦੀ ਆ ਜ਼ਮੀਨ ਦੀ, ਉਹ ਵਾਸ਼ਡ ਆਊਟ ਹੋ ਜਾਂਦੀ ਹੈ। ਜਿਹੜੀ ਉਪਜਾਊ ਹੁੰਦੀ ਆ ਉਹ ਪਾਣੀ ਦੇ ਨਾਲ ਨਿਕਲ ਜਾਂਦੀ ਹੈ। ਕਿਉਂ? ਕਿਉਂਕਿ ਉਸ ਚੀਜ਼ ਨੂੰ ਕੋਈ ਹੋਲਡ ਹੀ ਨਹੀਂ ਕਰਦਾ। ਠੀਕ ਹੈ, ਫੋਰ ਐਗਜ਼ਾਮਪਲ ਅਗਰ ਆਪਾਂ ਘਾਹ ਬੀਜਿਆ ਹੋਵੇ ਖਾਲੀ ਜ਼ਮੀਨ ਤੇ, ਉੱਥੇ ਜਿਹੜੀ ਮਿੱਟੀ ਆ ਉਹ ਕਿਤੇ ਨਹੀਂ ਜਾ ਸਕਦੀ, ਕਿਉਂਕਿ ਉਹਦੀ ਜਿਹੜੀਆਂ ਰੂਟਸ ਹੈਗੀਆਂ, ਜੜ੍ਹਾਂ ਹੈਗੀਆਂ, ਉਹਨਾਂ ਨੇ ਮਿੱਟੀ ਨੂੰ ਬੰਨ੍ਹ ਕੇ ਰੱਖਿਆ ਹੋਇਆ। ਇਸੇ ਤਰ੍ਹਾਂ ਦਰਖਤ, ਜਿਹੜੇ ਟਰੀਜ਼ ਹੈ ਉਹ ਮਿੱਟੀ ਨੂੰ ਹੋਲਡ ਕਰਕੇ ਰੱਖਦੇ, ਉਹਦੀ ਜੜ੍ਹਾਂ ਉਹਨੂੰ ਫੜ ਕੇ ਰੱਖਦੀਆਂ। ਬਟ ਜੇ ਕਿਸੇ ਜ਼ਮੀਨ ਤੇ ਦਰਖਤ ਵੀ ਨਹੀਂ ਹੋਊਗਾ, ਨਾ ਹੀ ਗਰਾਸ ਹੋਊਗੀ, ਸੋ ਉਹ ਜ਼ਮੀਨ ਦੀ ਜਿਹੜੀ ਉੱਪਰਲੀ ਸਤ੍ਹਾ ਆ ਉਹ ਪਾਣੀ ਦੇ ਨਾਲ ਜਾਂ ਕਿਸੇ ਹੋਰ ਤਰੀਕੇ ਦੇ ਨਾਲ ਰਿਮੂਵ ਹੋ ਜੂਗੀ। ਠੀਕ ਹੈ ਜੀ। ਸੈਕੰਡ ਇਫੈਕਟ ਕੀ ਹੈ? ਐਕਸਪੈਂਸ਼ਨ ਆਫ ਡੈਜ਼ਰਟ। ਜਿੰਨੇ ਤਰ੍ਹਾਂ ਦੇ ਦਰਖਤ ਘਟੀ ਜਾਊਗੇ ਉਨਾ ਹੀ ਸਾਡਾ ਇੱਥੇ ਜਿਹੜਾ ਇਨਵਾਇਰਮੈਂਟ ਵੀ ਚੇਂਜ ਹੋ ਜਾਏਗਾ, ਪਲੱਸ ਸਾਡਾ ਏਰੀਆ ਡੈਜ਼ਰਟ ਬਣੀ ਜਾਏਗਾ, ਮਾਰੂਥਲ ਬਣੀ ਜਾਏਗਾ। ਠੀਕ ਹੈ, ਥਰਡ ਰੀਜ਼ਨ ਇਫੈਕਟ ਕੀ ਹੈ? ਡਿਕਰੀਜ਼ ਇਨ ਰੇਨਫਾਲ। ਓਬਵੀਅਸ ਆ, ਜੇ ਦਰਖਤ ਘੱਟ ਹੋਊਗੇ ਉਸ ਜਗ੍ਹਾ ਤੇ ਮੀਂਹ ਵੀ ਘੱਟ ਪਏਗਾ। ਫੋਰਥ ਇਫੈਕਟ ਕੀ ਆ? ਲੋਸ ਆਫ ਫਰਟੀਲਾਈਟ ਲੈਂਡ। ਜਿਹੜੀ ਉਪਜਾਊ ਜ਼ਮੀਨ ਆ ਉਹ ਬਿਲਕੁਲ ਘਟ ਜਾਏਗੀ। ਠੀਕ ਹੈ, ਤੇ ਕਲਾਈਮੇਟ ਤੇ ਕੀ ਇਫੈਕਟ ਪਏਗਾ? ਕਲਾਈਮੇਟ ਤੇ ਸਾਰਾ ਇਫੈਕਟ ਪੈਣਾ। ਜਿੰਨੇ ਦਰਖਤ ਘੱਟ ਹੋਣਗੇ ਉਨਾ ਹੀ ਸਾਡਾ ਜਿਹੜਾ ਪੂਰਾ ਅਰਥ ਹੈਗੀ ਆ ਉਹ ਜ਼ਿਆਦਾ ਗਰਮ ਹੋਊਗੀ। ਠੀਕ ਹੈ, ਗਲੋਬਲ ਵਾਰਮਿੰਗ ਵਧੂਗੀ, ਆਕਸੀਜਨ ਦੀ ਮਾਤਰਾ ਘਟ ਜਾਏਗੀ। ਠੀਕ ਹੈ, ਸੋ ਇਹ ਕੁਛ ਇਫੈਕਟ ਹੈਗੇ ਆ ਡੀਫੋਰੈਸਟੇਸ਼ਨ ਦੇ। ਠੀਕ ਹੈ, ਇੱਕ ਹੋਰ ਡੀਫੋਰੈਸਟੇਸ਼ਨ ਦਾ ਇਫੈਕਟ ਹੋਏਗਾ ਕਿ ਜਿਹੜੇ ਐਨੀਮਲਸ ਆ, ਬਰਡਸ ਹੈਗੇ ਆ, ਪੰਛੀ ਹੈਗੇ ਆ, ਜਾਨਵਰ ਹੈਗੇ ਆ,
ਉਹ ਵੀ ਖਤਮ ਹੋਣ ਲੱਗ ਜਾਣਗੇ। ਕਿਉਂ? ਕਿਉਂਕਿ ਉਹ ਇੱਕ ਏਰੀਆ ਇਸ ਤਰ੍ਹਾਂ ਦੇ ਜੰਗਲਾਂ 'ਚ ਰਹਿੰਦੇ ਆ ਜਿੱਥੇ ਕੋਈ ਹਿਊਮਨ ਨਹੀਂ ਜਾਂਦਾ, ਠੀਕ ਹੈ, ਕੋਈ ਬਾਹਰਲੀ ਇੰਟਰਫੇਰੈਂਸ ਨਹੀਂ ਹੈਗੀ। ਲੇਕਿਨ ਜਦੋਂ ਆਪਾਂ ਦਰਖਤ ਵਗੈਰਾ ਕੱਟਦੇ ਤਾਂ ਉਹ ਸਾਰੇ ਹੌਲੀ ਹੌਲੀ ਕਰਕੇ ਖਤਮ ਹੋ ਜਾਣਗੇ। ਇਹ ਸਾਡਾ ਜਿਹੜਾ ਤੁਹਾਨੂੰ ਦੱਸਿਆ ਕਿ ਹੌਲੀ ਹੌਲੀ ਜਾਨਵਰ ਸਪੀਸ਼ੀਜ਼ ਖਤਮ ਹੋ ਜਾਣਗੇ, ਇਹ ਸਾਡਾ ਨੈਕਸਟ ਟੌਪਿਕ ਆ, ਪ੍ਰੀਜ਼ਰਵੇਸ਼ਨ ਆਫ ਸਪੀਸ਼ੀਜ਼। ਯਾਨੀ ਕਿ ਆਪਾਂ ਜਿਹੜੇ ਜਾਨਵਰ ਆ ਬਹੁਤ ਘੱਟ ਰਹਿ ਗਏ ਆ, ਉਹਨਾਂ ਨੂੰ ਕਿੱਦਾਂ ਬਚਾਉਣਾ ਹੈ, ਠੀਕ ਹੈ। ਸੋ ਇਹ ਆਪਾਂ ਨੈਕਸਟ ਲੈਕਚਰ ਦੇ ਵਿੱਚ ਕਰਾਂਗੇ। ਸੋ ਇਹ ਸੀਗਾ ਬੇਟਾ ਤੁਹਾਡਾ ਟੌਪਿਕ ਡੀਫੋਰੈਸਟ੍ਰੇਸ਼ਨ। ਕਾਫੀ ਇੰਪੋਰਟੈਂਟ ਟੌਪਿਕ ਆ, ਫਾਈਨਲ ਐਗਜ਼ਾਮ ਦੇ ਵਿੱਚ ਕਾਫੀ ਵਾਰ ਕੁਐਸਚਨਸ ਆ ਜਾਂਦੇ ਆ। ਡੀਫੋਰੈਸਟ੍ਰੇਸ਼ਨ ਨੂੰ ਐਕਸਪਲੇਨ ਕਰੋ। ਸੋ ਚੰਗੀ ਤਰ੍ਹਾਂ ਪ੍ਰਪੇਅਰ ਕਰ ਲੈਣਾ। ਥੈਂਕ ਯੂ।